ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਤਮ ਨੂਰ ਅਰਸਾ ਕੁਰਸਾ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਓ, ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਜਾ ਕੀ ਸਰਣ ਪਿਆ ਸੁਖ ਪਾਈਐ, ਬਾਹੁੜ ਦੁਖ ਨਾ ਹੋਈ। ਰਹਾਉ ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵੋ ਭੈਣੇ ਗਲ ਮਿਲ ਹੈ ਅੰਕ ਸਹੇਲੜੀਆ, ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ। ਪਾਕ ਪਰਵਰਦਗਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਦੇਨ ਤੇ ਦੁਨੀਆ ਦੇ ਮਾਲਕ, ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ, ਕਲਯੁਗੀ ਜੀਵਾਂ ਦੇ ਉਧਾਰ ਕਰਤਾ, ਮਿਹਰਬਾਨ ਜਗਤ ਸਾਈਂ, ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ जुड़ बैठी परम सन्मानयोग सत्कारयोग गुरु की साजी और नवाजी हुई, गुरु प्यार च परोती हुई, गुरु रंग च रंगी हुई। गुरु खालसा साध संगत जियो धनता दे पात्र हो।
ਅੰਮ੍ਰਿਤ ਵੇਲੇ ਤੋਂ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਗਤ ਗੁਰੂ ਗੁਰਦੇਵ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਤਮਸਤਕ ਹੋ ਕੇ ਆਪਣੇ ਜੀਵਨ ਦੀਆਂ ਘੜੀਆਂ ਸਤਿਗੁਰੂ ਜੀ ਦੇ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਗਰੀਬ ਨਵਾਜ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਵਿਚਾਰਨ ਦਾ, ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਕਰਨ ਤੇ ਸੁਣਨ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਇਹਦੇ ਲਈ ਸਤਿਗੁਰਾਂ ਦਾ ਰੋਮ ਰੋਮ ਕਰਕੇ ਕੋਟਾਨ ਕੋਟ ਸ਼ੁਕਰ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਨੇ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ, ਇਕਾਗਰਤਾ ਬਣਾਈਏ ਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਰਾਗ ਸੋਰਠ ਹੈ ਔਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਆਪਣੇ ਪਵਿੱਤਰ ਮੁਖਾਰ ਬਿੰਦ ਚੋਂ ਉਚਾਰਨ ਕਰ ਰਹੇ ਹਨ। ਅਬਨਾਸੀ ਵਿਨਾਸ਼ ਤੋਂ ਰਹਿਤ। ਜਿਹੜਾ ਐੜਾ ਸ਼ਬਦ ਹੈ ਇਹ ਨਖੇੜਦਾ ਹੈ। ਵਿਨਾਸ਼ ਤੋਂ ਆ ਦਾ ਮਤਲਬ ਹੋਵੇਗਾ ਰਹਿਤ। ਜਿਸ ਦਾ ਵਿਨਾਸ਼ ਨਹੀਂ ਹੁੰਦਾ ਉਹਨੂੰ ਕਹਿੰਦੇ ਨੇ ਅਬਨਾਸੀ। ਦੁਨੀਆ ਦੀ ਹਰ ਚੀਜ਼ ਬਿਨਸਦੀ ਹੈ, ਜੋ ਦਿਸਦਾ ਸਭ ਬਿਨਸਣਾ ਹੈ। ਵੇਖਦਿਆਂ ਬਹੁਤ ਬਿਨਸੇ ਨੇ ਔਰ ਬਿਨਸ ਰਹੇ ਨੇ। ਸਾਰੇ ਸੰਸਾਰ ਦਾ ਵਰਤਾਰਾ ਬਿਨਸਣ ਵਾਲਾ। ਸੂਰਜ, ਚੰਦਰਮਾ, ਤਾਰੇ, ਨਖੇਤਰ ਸਭ ਬਿਨਸਣੇ ਹਨ। ਇੱਕੋ ਇੱਕ ਸ਼ਕਤੀ ਐਸੀ ਸ਼ਕਤੀ ਹੈ ਜਿਸ ਦਾ ਕਦੇ ਵਿਨਾਸ਼ ਨਹੀਂ ਹੈ, ਤਾਂ ਉਹ ਪਾਰ ਬ੍ਰਹਮ ਪਰਮੇਸ਼ਰ ਦੀ ਸ਼ਕਤੀ ਹੈ, ਅਕਾਲ ਪੁਰਖ ਦੀ ਸ਼ਕਤੀ ਹੈ ਜਿਸ ਦਾ ਕਤਈ ਵਿਨਾਸ਼ ਨਹੀਂ ਹੈ। ਅਕਸਰ ਅਸੀਂ ਕਹਿ ਦਿੰਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਚਲੇ ਗਏ। ਸਤਿਗੁਰੂ ਜੀ ਕਿਤੇ ਨਹੀਂ ਗਏ। ਸਤਿਗੁਰੂ ਜੀ ਗੁਰੂ ਗ੍ਰੰਥ ਤੇ ਗੁਰੂ ਪੰਥ ਵਿੱਚ ਸਦਾ ਲਈ ਨਿਵਾਸ ਕਰਕੇ ਹਾਜ਼ਰ ਹੋ ਗਏ। ਜੇ ਕਿਤੇ ਗਏ ਹੁੰਦੇ ਤਾਂ ਸੱਚਖੰਡ ਜਾਣ ਤੋਂ ਬਾਅਦ ਵੀ 40 ਸਾਲ ਬਾਅਦ ਤਕਰੀਬਨ ਉਹਨੇ ਸਤਾਰੇ ਦੀ ਜੇਲ੍ਹ ਚੋਂ ਬਾਲਾ ਰਾਓ ਤੇ ਰੁਸਤਮ ਰਾਓ ਨੂੰ ਰਿਹਾ ਕਰਕੇ ਮਨਮਾੜ ਅਸਥਾਨ ਦੇ ਉੱਤੇ ਨਾ ਪਹੁੰਚਾਉਂਦੇ। ਉਹ ਅੱਜ ਵੀ ਹਾਜ਼ਰ ਨੇ ਕਿਉਂਕਿ ਸਤਿਗੁਰੂ ਜੀ ਅਬਨਾਸੀ ਹਨ। ਜਦੋਂ ਸ਼ੇਰੇ ਪੰਜਾਬ ਜੀ ਨੇ ਅੰਗੀਠਾ ਫਰੋਲਿਆ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਕੀ ਵੇਖਦੇ ਨੇ? ਕੇਵਲ ਇੱਕ ਸ਼੍ਰੀ ਸਾਹਿਬ ਮਿਲੀ ਆ ਸਤਿਗੁਰਾਂ ਦੇ ਕੇਸਾਂ ਵਿੱਚ ਰੱਖਣ ਵਾਲੀ। ਹੋਰ ਉੱਥੇ ਕੋਈ ਸਰੀਰ ਦਾ ਆਵੇਸ਼, ਸਰੀਰ ਦਾ ਕੋਈ ਹਿੱਸਾ ਉਹ ਉੱਥੇ ਨਹੀਂ ਦਿਸਿਆ। ਤਵੇਲੇ 'ਚ ਘੋੜਾ ਤੱਕ ਨਹੀਂ ਦਿਸਿਆ, ਬਾਜ ਤੱਕ ਨਹੀਂ ਨਜ਼ਰ ਆਇਆ। ਇਹਦਾ ਮਤਲਬ ਹੈ ਮੇਰੇ ਸਾਹਿਬ ਜੀ ਅਬਨਾਸੀ ਹਨ। ਪਹਿਲੇ ਜਾਮੇ 'ਚ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਕੌਤਕ ਵਰਤਾਇਆ। ਜਦੋਂ ਬਹੁਤ ਸਾਰੇ ਹਿੰਦੂ, ਮੁਸਲਮਾਨ, ਸਿੱਖ ਆਪਸ ਵਿੱਚ ਬਹਿਸ ਰਹੇ ਸੀ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਸਰੀਰ ਦੀ ਜਿਹੜੀ ਕਿਰਿਆ ਆਪਣੀ ਮਰਿਆਦਾ ਮੁਤਾਬਕ ਕਰਨੀ ਹੈ,
ਲੜਦਿਆਂ ਭਿੜਦਿਆਂ ਤਲਵਾਰਾਂ ਤੱਕ ਨਿਕਲ ਗਈਆਂ। ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਨ ਗੁਰਸਿੱਖ ਜਦੋਂ ਬਾਹਰ ਗਏ ਮਸਲੇ ਨੂੰ ਸ਼ਾਂਤ ਕਰਨ ਵਾਸਤੇ, ਤੇ ਗੁਰੂ ਸਾਹਿਬ ਦਾ ਪਾਵਨ ਸਰੀਰ ਅੰਦਰ ਚਾਦਰੇ ਥੱਲੇ ਪਿਆ ਹੋਇਆ ਇਕੱਲਿਆਂ, ਜਦੋਂ ਵਾਪਸ ਆ ਕੇ ਵੇਖਦੇ ਨੇ ਉੱਥੇ ਮੇਰੇ ਸਾਹਿਬ ਦਾ ਸਰੀਰ ਨਹੀਂ, ਕੱਲਾ ਚਾਦਰਾ ਪਿਆ ਹੋਇਆ। ਕਹਿਣ ਤੋਂ ਭਾਵ ਸਤਿਗੁਰੂ ਜੀ ਅਬਨਾਸੀ ਹਨ। ਪਾਰ ਬ੍ਰਹਮ ਪਰਮੇਸ਼ਰ ਦੀ ਸ਼ਕਤੀ ਜਿਹੜੀ ਹੈ ਉਹ ਵਿਨਾਸ਼ ਤੋਂ ਆ ਰਹਿਤ ਹੈ, ਉਹਦਾ ਕਦੇ ਵਿਨਾਸ਼ ਨਹੀਂ ਹੁੰਦਾ। ਐਸੇ ਅਬਨਾਸੀ ਵਾਹਿਗੁਰੂ ਜੀ ਜੀਵਨ ਕੋ ਦਾਤਾ, ਸੰਸਾਰ ਦੇ ਸਮਸਤ ਜੀਆਂ ਨੂੰ ਦਾਤਾਂ ਦੇਣ ਵਾਲੇ ਦਾਤੇ ਹਨ। ਸਿਮਰਤ ਸਭ ਮਲ ਖੋਈ, ਜਿਨ੍ਹਾਂ ਦਾ ਸਿਮਰਨ ਕਰੀਏ, ਜਿਨ੍ਹਾਂ ਦੀ ਸਿਮਰਤੀ ਦੇ ਨਾਲ, ਪਰਮੇਸ਼ਰ ਦੇ ਸਿਮਰਨ ਦੇ ਨਾਲ ਹਿਰਦੇ ਦੀ ਸਾਰੀ ਮੈਲ ਖੋਈ ਜਾਂਦੀ ਹੈ। ਜਨਮ ਜਨਮਾਂਤਰਾਂ ਦੇ ਪਾਪ ਕਰਮਾਂ ਦੀ ਮੈਲ ਧੋਤੀ ਜਾਂਦੀ ਹੈ। ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ। ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਸਿਮਰਨ ਕੀਤਿਆਂ ਮਨ ਦੀ ਮੈਲ ਚਲੀ ਜਾਂਦੀ ਹੈ, ਮਨ ਨਿਰਮਲ ਹੋ ਜਾਂਦਾ ਹੈ, ਮਨ ਵਿੱਚ ਕੋਮਲਤਾ ਆ ਜਾਂਦੀ ਹੈ, ਕਠੋਰਤਾ ਚਲੀ ਜਾਂਦੀ ਹੈ, ਮਨ ਦਇਆ ਨਾਲ ਸੰਤੋਖ ਨਾਲ ਭਰ ਜਾਂਦਾ ਹੈ। ਪਰਮੇਸ਼ਰ ਦੇ ਸਿਮਰਨ ਦੀ ਇਹ ਬਰਕਤ ਹੈ, ਅਕਾਲ ਪੁਰਖ ਦੇ ਸਿਮਰਨ ਦੀ ਇਹ ਬਰਕਤ ਹੈ ਕਿ ਉਸ ਦੇ ਸਿਮਰਨ ਦੇ ਨਾਲ ਮਨ ਦੀ ਮੈਲ ਖੋਈ ਜਾਂਦੀ ਹੈ, ਮਨ ਦੀ ਮੈਲ ਨਿਰਵਿਰਤ ਹੋ ਜਾਂਦੀ ਹੈ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਪਰਮੇਸ਼ਰ ਗੁਣਾਂ ਦਾ ਖਜ਼ਾਨਾ ਹੈ, ਔਰ ਉਹ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਉਹ ਆਪਣੇ ਭਗਤਾਂ ਦਾ ਵਰਤਣ ਵਲੇਵਾ ਹੈ। ਵਰਤਣ ਵਲੇਵੇ ਦਾ ਕੀ ਮਤਲਬ ਹੁੰਦਾ? ਵੀ ਜਿਹਦੇ 'ਚ ਉਹਦੇ ਭਗਤ ਲੱਗੇ ਰਹਿੰਦੇ ਆ। ਜਿਵੇਂ ਕੋਈ ਬੱਚੇ ਦਾ ਖਿਡੌਣਾ ਹੁੰਦਾ ਨਾ, ਤੇ ਉਹਦੇ ਵਿੱਚ ਉਹ ਵਲੇਵੇ ਵਿੱਚ ਲੱਗਾ ਰਹਿੰਦਾ। ਉਸ ਖਿਡੌਣੇ ਦੀ ਖੇਡ ਵਿੱਚ ਉਹਦੇ ਆਲੇ ਦੁਆਲੇ ਕੀ ਹੋ ਰਿਹਾ, ਕੀ ਵਰਤ ਰਿਹਾ, ਕੌਣ ਆ ਰਿਹਾ, ਕੌਣ ਜਾ ਰਿਹਾ, ਉਹਨੂੰ ਨਹੀਂ ਪਤਾ। ਉਹਦੀ ਉਹ ਖੇਡ ਦੇ ਵਿੱਚ ਜੋ ਜਿਸ ਨਾਲ ਉਹ ਖੇਡ ਰਿਹਾ ਉਹਦੇ ਵਿੱਚ ਮਸਤ ਹੈ। ਪਾਰ ਬ੍ਰਹਮ ਪਰਮੇਸ਼ਰ ਦੇ ਪਿਆਰੇ ਜਿਹੜੇ ਨੇ ਭਗਤ, ਉਹਨਾਂ ਦਾ ਵਰਤਨ ਵਲੇਵਾ ਪਰਮੇਸ਼ਰ ਹੈ, ਉਹਦੇ ਵਿੱਚ ਲੱਗੇ ਹੋਏ ਨੇ ਹਮੇਸ਼ਾ। ਉਸੇ ਦੇ ਖਜ਼ਾਨੇ ਨੂੰ ਵਰਤਦੇ ਨੇ, ਗੁਣਾਂ ਦੇ ਖਜ਼ਾਨੇ ਨੂੰ, ਪਰਮੇਸ਼ਰ ਨੂੰ ਵਰਤਦੇ ਹੈ, ਉਹਦੇ ਗੁਣਾਂ ਨੂੰ ਵਰਤਦੇ ਹੈ, ਉਹਦੇ ਗੁਣਾਂ ਨੂੰ ਆਪਣੇ ਹਿਰਦੇ 'ਚ ਧਾਰਨ ਕਰਦੇ ਹੈ। ਔਰ ਕੋਈ ਵਿਰਲਾ ਹੈ ਜਿਹੜਾ ਇਹਨਾਂ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰਦਾ ਹੈ। ਇਸ ਕਰਕੇ ਗੁਰਦੇਵ ਕਹਿੰਦੇ ਬਿਰਲਾ ਪਾਵੈ ਕੋਈ, ਕੋਈ ਵਿਰਲਾ ਹੈ ਜਿਹੜਾ ਉਸ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰਦਾ ਹੈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਹਾਲੇ ਵੀ ਵੇਲਾ ਹੈ ਮੇਰਿਆ ਮਨਾ, ਉਸ ਗੁਰੂ ਗੋਪਾਲ ਪ੍ਰਭੂ ਵਾਹਿਗੁਰੂ ਪਰਮੇਸ਼ਰ ਦੇ ਜਾਪ ਨੂੰ ਜਪ। ਜਪ ਗੋਬਿੰਦ ਗੋਪਾਲ ਲਾਲ। ਉਸ ਗੋਬਿੰਦ ਦੇ, ਵਾਹਿਗੁਰੂ ਦੇ, ਪਰਮੇਸ਼ਰ ਦੇ ਜਾਪ ਨੂੰ ਜਪ ਮੇਰਿਆ ਮਨਾ। ਮੇਰੇ ਮਨ ਜਪ, ਇਹ ਮੇਰਿਆ ਮਨਾ ਜਪਣਾ ਕਰ। ਪੁੱਛਿਆ ਜੀ ਕਿਸ ਨੂੰ ਜਪਾਂ? ਗੁਰ ਗੋਪਾਲ ਪ੍ਰਭ ਸੋਈ। ਉਹ ਗੁਰੂ ਜਿਹੜਾ ਸਾਰੇ ਸੰਸਾਰ ਦੇ ਜੀਵਾਂ ਨੂੰ ਪਾਲਣ ਵਾਲਾ ਹੈ, ਜੋ ਸਾਰੇ ਜਗਤ ਦਾ ਪ੍ਰਭੂ ਹੈ, ਮਾਲਕ ਹੈ, ਉਸ ਨੂੰ ਜਪਣਾ ਕਰ, ਉਹਦਾ ਜਾਪ ਜਪ। ਹਾਂਜੀ। ਜਾ ਕੀ ਸਰਣ ਪਿਆ ਸੁਖ ਪਾਈਐ, ਬਾਹੁੜ ਦੁਖ ਨਾ ਹੋਈ। ਜਿਸ ਦੀ ਸ਼ਰਨ ਪਿਆ ਸਾਰੇ ਸੁਖ ਪ੍ਰਾਪਤ ਹੁੰਦੇ ਹਨ। ਜਾ ਕੀ ਸ਼ਰਨ ਪਿਆ ਸੁਖ ਪਾਈਐ, ਜਿਸ ਦੀ ਸ਼ਰਨ 'ਚ ਪੈ ਕੇ ਸਾਰੇ ਸੁਖ ਪ੍ਰਾਪਤ ਹੁੰਦੇ ਨੇ। ਔਰ ਮੁੜ ਕੇ ਕਿਸੇ ਪ੍ਰਕਾਰ ਦੀ ਜੂਨੀ ਵਿੱਚ ਨਹੀਂ ਆਉਣਾ ਪੈਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜਿਹੜਾ ਮੁੜ ਮੁੜ ਕੇ ਜਨਮਾਂ ਵਿੱਚ ਆਉਣਾ, ਇਹ ਬੜਾ ਵੱਡਾ ਦੁੱਖ ਹੈ।
ਗਰਭ ਜੋਨੀਆਂ ਦਾ ਜਿਹੜਾ ਦੁੱਖ ਹੈ ਇਹ ਬੜਾ ਭਿਆਨਕ ਹੁੰਦਾ ਹੈ। ਪਰਮੇਸ਼ਰ ਦੀ ਸ਼ਰਨ ਇਹੋ ਜੀ ਹੈ ਜਿਸ ਦੀ ਸ਼ਰਨ 'ਚ ਪੈ ਕੇ ਪਾਤਸ਼ਾਹ ਕਹਿੰਦੇ ਮੁੜ ਕੇ ਜੋਨੀਆਂ ਵਿੱਚ ਨਹੀਂ ਆਉਣਾ ਪੈਂਦਾ, ਮੁੜ ਕੇ ਗਰਭਾਸ਼ਿਆਂ ਵਿੱਚ ਨਹੀਂ ਆਉਣਾ ਪੈਂਦਾ। ਰਹਾਉ ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਵੱਡਿਆਂ ਭਾਗਾਂ ਵਾਲਿਆਂ ਨੂੰ ਸਾਧ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ, ਵੱਡਿਆਂ ਭਾਗਾਂ ਵਾਲਿਆਂ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਔਰ ਜਿਹੜੇ ਸਾਧ ਸੰਗਤ ਵਿੱਚ ਆ ਕੇ ਜੁੜਦੇ ਨੇ, ਬੈਠਦੇ ਨੇ, ਸਤ ਸੰਗਤ ਕਰਦਿਆਂ ਉਹਨਾਂ ਦੀ ਖੋਟੀ ਮਤ ਚਲੀ ਜਾਂਦੀ ਹੈ। ਤਿੰਨ ਭੇਟਤ ਦੁਰਮਤ ਖੋਈ। ਸੰਗਤ ਇਹੋ ਜੀ ਬਰਕਤ ਵਾਲੀ ਹੈ। ਖਾਲਸਾ ਜੀ, ਸਾਨੂੰ ਭਾਵੇਂ ਹੁਣ ਮਹਿਸੂਸ ਨਹੀਂ ਹੁੰਦਾ ਕਿ ਸਾਧ ਸੰਗਤ ਵਿੱਚ ਅਸੀਂ ਬੈਠਦੇ ਹਾਂ, ਜੁੜਦੇ ਹਾਂ, ਸਾਨੂੰ ਇਹਦਾ ਕੀ ਲਾਭ ਹੋ ਰਿਹਾ ਹੈ। ਇਹਦਾ ਲਾਭ ਜਦੋਂ ਤੁਸੀਂ ਸਾਧਨਾ 'ਚ ਬੈਠੋਗੇ ਫਿਰ ਜਾਣੋਗੇ ਕਿ ਕਿੰਨੀਆਂ ਬੁਰਾਈਆਂ, ਕਿੰਨੀਆਂ ਭੈੜੀਆਂ ਆਦਤਾਂ ਉਹ ਸਹਿਜੇ ਸਹਿਜੇ ਛੁੱਟਦੀਆਂ ਚਲੀਆਂ ਜਾਂਦੀਆਂ ਨੇ। ਸੰਗਤ ਦਾ ਗੁਣ ਬੜਾ ਵੱਡਾ ਗੁਣ ਹੈ। ਸਾਧ ਸੰਗਤ ਵਿੱਚ ਆ ਕੇ ਪਤਾ ਨਹੀਂ ਕਿੰਨੀਆਂ ਕੁ ਖੋਟੀਆਂ ਮੱਤਾਂ ਬਿਨਸ ਜਾਂਦੀਆਂ ਹਨ। ਹਿਰਦੇ ਦੀ ਸ਼ਾਂਤੀ ਤੇ ਟਿਕਾ ਦੀ ਅਵਸਥਾ ਉਹ ਸਾਧ ਸੰਗਤ ਦੀ ਬਰਕਤ ਚੋਂ ਪ੍ਰਾਪਤ ਹੁੰਦੀ ਹੈ। ਇਸ ਕਰਕੇ ਵੱਡਿਆਂ ਭਾਗਾਂ ਵਾਲਿਆਂ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਤੇ ਜਿਹੜੇ ਸਾਧ ਸੰਗਤ ਕਰਦੇ ਹਨ, ਸਾਧ ਸੰਗਤ ਨਾਲ ਮਿਲ ਕੇ ਤਿਨਾਂ ਦੀ ਖੋਟੀ ਮਤ, ਭੈੜੀ ਮਤ ਬਿਨਸ ਜਾਂਦੀ ਹੈ। ਤਿਨ ਕੀ ਧੂਰ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਅਖੀਰਲੀ ਪੰਕਤੀ 'ਚ ਸ਼ਬਦ ਦੀ ਸਮਾਪਤੀ ਕਰਦਿਆਂ, ਮੈਂ ਤਿਨਾਂ ਦੇ ਚਰਨਾਂ ਦੀ ਧੂੜ ਮੰਗਦਾ। ਕਿਹਨਾਂ ਦੇ ਚਰਨਾਂ ਦੀ ਭਲਾ? ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਵਸਾਇਆ। ਤਿਨ ਕੀ ਧੂੜ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਵਸਾਇਆ, ਮੈਂ ਤਿਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਤਿਨਾਂ ਦੇ ਚਰਨਾਂ ਦੀ ਖਾਕ ਮੰਗਦਾ ਹਾਂ।